अब भी जिसका खून ना खोला वो खून नहीं वो पानी है, जो देश के काम ना आ सकी ऐसी भी क्या जवानी है। हेलो फ्रेंड्स, आई एम मोहित ढींगरा। आई होप यू आर डूइंग वेल। ਵੈਲਕਮ ਟੂ CBC। ਸਟੂਡੈਂਟਸ, ਚੰਦਰ ਸ਼ੇਖਰ ਆਜ਼ਾਦ ਇਹਨਾਂ ਨੂੰ ਅੱਜ ਯਾਦ ਕਰਦੇ ਹੋਏ 23 ਜੁਲਾਈ, ਤਾਂ ਚੰਦਰ ਸ਼ੇਖਰ ਆਜ਼ਾਦ ਜੋ ਕਿ ਇੰਡੀਅਨ ਰੈਵੋਲਿਊਸ਼ਨਰੀ ਸੀ, 23 ਜੁਲਾਈ 1906 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਤਾਂ ਅੱਜ ਕਾਫੀ ਇੰਪੋਰਟੈਂਟ ਡੇ ਹੈ ਆਪਣੀ ਹਿਸਟਰੀ ਦਾ। ਤਾਂ ਚੰਦਰ ਸ਼ੇਖਰ ਆਜ਼ਾਦ, ਜਿਨ੍ਹਾਂ ਨੂੰ ਪ੍ਰੋਪਰਲੀ ਆਪਾਂ ਆਜ਼ਾਦ ਕਹਿੰਦੇ ਸੀ, ਹੈ ਨਾ, ਤਾਂ ਇਹ ਕੀ ਸੀ? ਇੰਡੀਅਨ ਰੈਵੋਲਿਊਸ਼ਨਰੀ ਸੀ ਜਿਨ੍ਹਾਂ ਨੇ ਰੀਆਰਗਨਾਈਜ਼ ਕੀਤਾ ਸੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਨੂੰ, ਠੀਕ ਹੈ, ਅਤੇ ਅੰਡਰ ਇਟਸ ਨਿਊ ਨੇਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ। ਹਿਸਟਰੀ ਦੇ ਵਿੱਚ ਕਾਫੀ ਇੰਪੋਰਟੈਂਟ ਐਸੋਸੀਏਸ਼ਨ ਹੈ। ਚੰਦਰ ਸ਼ੇਖਰ ਆਜ਼ਾਦ ਇਹਨਾਂ ਨਾਲ ਸੰਬੰਧਿਤ ਸੀ। ਭਗਤ ਸਿੰਘ, ਰਾਜਗੁਰੂ, ਸੁਖਦੇਵ ਇਹਨਾਂ ਨਾਲ ਸੀ, ਅਤੇ ਕਾਫੀ ਫੇਮਸ ਕ੍ਰਾਂਤੀਕਾਰੀ ਸੀਗੇ ਆਪਣੀ ਹਿਸਟਰੀ ਦੇ। ਤਾਂ ਅੱਜ ਕੀ ਹੈ ਇਹਨਾਂ ਦਾ ਬਰਥ ਐਨੀਵਰਸਰੀ ਹੈ। ਤਾਂ 23 ਜੁਲਾਈ ਦਾ ਤਰੀਕ ਹੈ ਅੱਜ, ਅਤੇ ਆਪਾਂ ਯਾਦ ਰੱਖਣੇ ਵੀ 23 ਜੁਲਾਈ ਨੂੰ ਕਿਹਨਾਂ ਦੀ ਬਰਥ ਐਨੀਵਰਸਰੀ ਹੁੰਦੀ ਹੈ? ਚੰਦਰ ਸ਼ੇਖਰ ਆਜ਼ਾਦ, ਜਿਨ੍ਹਾਂ ਨੇ ਕਿਹਾ ਸੀ ਅਸੀਂ ਆਜ਼ਾਦ ਹਾਂ ਅਤੇ ਆਜ਼ਾਦ ਹੀ ਰਵਾਂਗੇ, ਠੀਕ ਹੈ। ਤਾਂ ਇਹਨਾਂ ਨੂੰ ਯਾਦ ਕਰਦੇ ਹੋਏ ਅੱਜ ਆਪਾਂ ਸਟਾਰਟ ਕਰਦੇ ਹਾਂ ਆਪਣਾ ਸਟੈਟਿਕ ਜੀਕੇ ਦਾ ਪਾਰਟ। ਤਾਂ ਆਪਾਂ ਕਾਫੀ ਇੰਪੋਰਟੈਂਟ ਸੀਰੀਜ਼ ਨੂੰ ਡਿਸਕਸ ਕਰ ਰਹੇ ਸੀ। ਆਪਾਂ ਸਟਾਰਟ ਕੀਤਾ ਹੋਇਆ ਸੀ ਸਟੈਟਿਕ ਜੀਕੇ ਨੂੰ। ਤਾਂ ਇਹਦੇ ਵਿੱਚ ਆਪਾਂ ਪਾਰਟ 22 ਤੱਕ ਕਵਰ ਕਰ ਲਏ ਸੀ। ਅੱਜ ਆਪਾਂ ਡਿਸਕਸ ਕਰਾਂਗੇ ਇਹਦਾ ਪਾਰਟ 23, ਤਾਂ ਜਿਹਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕੁਐਸਚਨਸ ਨੂੰ ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਲੈਕਚਰ। ਸੋ ਸਟਾਰਟ ਕਰਦੇ ਹਾਂ ਆਪਣਾ ਪਾਰਟ 23। ਤਾਂ ਇਹਦੇ ਵਿੱਚ ਆਪਣੇ ਕੋਲ ਫਸਟ ਕੁਐਸਚਨ ਹੈ, ਤੀਜਨ ਬਾਈਜ਼ ਐਸੋਸੀਏਟਿਡ ਵਿਦ ਵਿਚ ਫੀਲਡ। ਤਾਂ ਫੇਮਸ ਪਰਸਨ ਦਾ ਨਾਮ ਹੈ ਤੀਜਨ ਬਾਈ। ਮਾਰਕਰ ਚੇਂਜ ਕਰ ਲੈਂਦੇ ਆਪਾਂ। ਤਾਂ ਤੀਜਨ ਬਾਈ, ਦੇਖੋ ਪਰਸਨੈਲਿਟੀਜ਼ ਤੋਂ ਆਪਾਂ ਨੂੰ ਕੁਐਸਚਨ ਹੈ ਤੀਜਨ ਬਾਈ, ਠੀਕ ਹੈ। ਤੀਜਨ ਬਾਈ ਕੌਣ ਸੀ? ਇਹ ਛੱਤੀਸਗੜ੍ਹ ਤੋਂ ਬਿਲੋਂਗ ਕਰਦੇ ਸੀ। ਫੇਮਸ ਫੋਕ ਮਿਊਜ਼ਿਕ ਨਾਲ ਇਹਨਾਂ ਦੀ ਜਿਹੜੀ ਫੀਲਡ ਹੈ ਫੋਕ ਮਿਊਜ਼ਿਕ ਨਾਲ, ਠੀਕ ਹੈ, ਸੰਬੰਧਿਤ ਹੈ ਤੀਜਨ ਬਾਈ। ਅਤੇ ਤੀਜਨ ਬਾਈ ਕਾਫੀ ਫੇਮਸ ਪਰਸਨੈਲਿਟੀ ਹੈ। ਕਿਉਂਕਿ ਇਹਨਾਂ ਨੂੰ ਪਦਮ ਵਿਭੂਸ਼ਣ, ਹੈ ਨਾ, ਜਾਂ ਫਿਰ ਪਦਮ ਭੂਸ਼ਣ, ਇੱਦਾਂ ਦੇ ਜਿਹੜੇ ਇੰਡੀਆ ਦੇ ਹਾਈਐਸਟ ਅਵਾਰਡਸ ਹੈ ਉਹਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਤਾਂ ਛੱਤੀਸਗੜ੍ਹ ਦੇ ਰਹਿਣ ਵਾਲੇ ਸੀ ਤੀਜਨ ਬਾਈ। ਤਾਂ ਪਰਸਨੈਲਿਟੀਜ਼ ਤੋਂ ਜਿਹੜਾ ਆਪਣਾ ਟੌਪਿਕ ਕਵਰ ਹੁੰਦਾ ਵੀ ਕਿਸੇ ਪਰਸਨੈਲਿਟੀ ਦਾ ਨਾਮ ਦੇ ਕੇ ਪੁੱਛ ਲੈਂਦੇ ਵੀ ਕਿਹੜੀ ਫੀਲਡ ਨਾਲ ਰਿਲੇਟਡ ਹੈ। ਤਾਂ ਵੈਰੀ ਵੈਰੀ ਇੰਪੋਰਟੈਂਟ ਪਰਸਨੈਲਿਟੀ ਹੈ ਤੀਜਨ ਬਾਈ। ਜਾਪਾਨ ਦੇ ਵਿੱਚ ਵੀ ਇਹਨਾਂ ਨੂੰ ਇਨਾਮ ਦਿੱਤਾ ਗਿਆ ਸੀ। ਤਾਂ ਕਾਫੀ ਫੇਮਸ ਹੈ ਜੀ, ਫੋਕ ਮਿਊਜ਼ਿਕ ਨਾਲ ਸੰਬੰਧਿਤ ਹੈ ਤੀਜਨ ਬਾਈ, ਠੀਕ ਹੈ। ਪਦਮ ਵਿਭੂਸ਼ਣ ਜੋ ਕਿ ਇੰਡੀਆ ਦਾ ਸੈਕਿੰਡ ਹਾਈਐਸਟ ਸਿਵਿਲੀਅਨ ਅਵਾਰਡ ਹੈ, ਉਹ ਵੀ ਇਹਨਾਂ ਨੂੰ ਦਿੱਤਾ ਗਿਆ ਸੀ। ਚਲਦੇ ਜੀ ਅੱਜ ਦੇ ਆਪਣੇ ਸੈਕਿੰਡ ਕੁਐਸਚਨ ਤੇ। ਦ ਫੇਮਸ ਪੈਟਰੋਟਿਕ ਸੌਂਗ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਵਾਸ ਕੰਪੋਜ਼ਡ ਬਾਏ, ਠੀਕ ਹੈ। ਅੱਜ ਥੋੜ੍ਹੇ ਕ੍ਰਾਂਤੀਕਾਰੀ ਫੀਲਿੰਗ ਜ਼ਿਆਦਾ ਆ ਰਹੀ ਹੈ, ਹੈ ਨਾ, ਆਪਾਂ ਸਟਾਰਟ ਕੀਤਾ ਕ੍ਰਾਂਤੀਕਾਰੀ ਫੀਲਿੰਗ ਤੋਂ। ਤਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹੈ ਨਾ। ਸਭ ਤੋਂ ਪਹਿਲਾਂ ਤਾਂ ਇਹ ਸਮਝਦੇ ਇਹਨੂੰ ਪਹਿਲਾਂ ਕੀ ਕਹਿੰਦੇ ਸੀ। ਇਹਨੂੰ ਪਹਿਲਾਂ ਕਹਿੰਦੇ ਸੀ ਤਰਾਨਾ ਏ ਹਿੰਦ, ਜਾਂ ਤਰਾਨਾ ਏ ਹਿੰਦੀ ਕਿਹਾ ਜਾਂਦਾ ਸੀ। ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਨੂੰ ਇਹ ਵੀ ਯਾਦ ਰੱਖਣਾ, ਠੀਕ ਹੈ ਜੀ। ਦੇਖੋ ਨਵੀਆਂ ਨਵੀਆਂ ਚੀਜ਼ਾਂ ਤੁਸੀਂ ਇਸ ਸੀਰੀਜ਼ ਦੇ ਵਿੱਚ ਨੋਟ ਕਰ ਰਹੇ ਹੋ, ਲਿਖ ਰਹੇ ਹੋ ਨਾ, ਨਾਲ ਇਹਨਾਂ ਚੀਜ਼ਾਂ ਨੂੰ ਦੇਖਦੇ ਰਹੋ। ਤਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹਨੂੰ ਲਿਖਿਆ ਸੀ ਜੀ ਮੁਹੰਮਦ ਇਕਬਾਲ। ਮਤਲਬ ਇਹਨਾਂ ਨੇ ਕੰਪੋਜੀਸ਼ਨ ਕੀਤੀ ਸੀ, ਕੰਪੋਜ਼ ਕੀਤਾ ਸੀ ਮੁਹੰਮਦ ਇਕਬਾਲ ਨੇ, ਠੀਕ ਹੈ। ਵੈਸੇ ਤਾਂ ਬੱਚਿਆਂ ਲਈ ਲਿਖਿਆ ਗਿਆ ਸੀ, ਦੈਨ ਧੀਰੇ ਧੀਰੇ ਇੱਕ ਤਰ੍ਹਾਂ ਦੀ ਮਤਲਬ ਬ੍ਰਿਟਿਸ਼ਰਸ ਦੇ ਅਗੇਂਸਟ ਇੱਕ ਕ੍ਰਾਂਤੀਕਾਰੀ ਸੌਂਗ ਹੀ ਬਣ ਗਿਆ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਬਾਕੀ ਆਪਸ਼ਨਸ ਨੂੰ ਡਿਸਕਸ ਕਰਦੇ ਹਾਂ। ਫਸਟ ਆਪਸ਼ਨ ਹੈ ਜੀ ਜੈਦੇਵ। ਜੈਦੇਵ 'ਤੇ ਆਪਾਂ ਬੁੱਕ ਯਾਦ ਕੀਤੀ ਸੀ। ਬੁੱਕ ਦਾ ਨਾਮ ਕੀ ਯਾਦ ਕੀਤਾ ਸੀ ਆਪਾਂ? ਗੀਤ ਗੋਵਿੰਦ। ਵੈਰੀ ਵੈਰੀ ਇੰਪੋਰਟੈਂਟ ਬੁੱਕ, ਗੀਤ ਗੋਵਿੰਦ ਵਾਜ਼ ਰਿਟਨ ਬਾਏ ਜੈਦੇਵ। ਉਸ ਤੋਂ ਬਾਅਦ ਹੈ ਜੀ ਬੰਕਿਮ ਚੰਦਰ ਚਟੋਪਾਧਿਆਏ। ਬੰਕਿਮ ਚੰਦਰ ਚਟੋਪਾਧਿਆਏ, ਇਹਨਾਂ ਨੇ ਕੰਪੋਜ਼ ਕੀਤਾ ਸੀ ਵੰਦੇ ਮਾਤਰਮ। ਵੰਦੇ ਮਾਤਰਮ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਰਵਿੰਦਰਨਾਥ ਟੈਗੋਰ। ਇਹਨਾਂ ਦੀ ਤਾਂ ਆਪਾਂ ਦੋ ਬੁੱਕਸ ਕਾਫੀ ਇੰਪੋਰਟੈਂਟ ਯਾਦ ਰੱਖਣੀ ਹੈ। ਫਸਟ ਦਾ ਨਾਮ ਹੈ ਜੀ ਗੀਤਾਂਜਲੀ, ਐਂਡ ਸੈਕਿੰਡ ਬੁੱਕ ਦਾ ਨਾਮ ਹੈ ਗੋਰਾ। ਤਾਂ ਦੋਨੋਂ ਬੁੱਕਸ ਆਪਾਂ ਯਾਦ ਰੱਖਣੀ ਹੈ। ਅਤੇ ਗੀਤਾਂਜਲੀ ਕਰਕੇ ਇਹਨਾਂ ਨੂੰ ਪਹਿਲਾ ਨੋਬਲ ਪ੍ਰਾਈਜ਼ ਵੀ ਮਿਲਿਆ ਸੀ, ਇਹ ਵੀ ਯਾਦ ਰੱਖਣਾ 1903 ਦੇ ਵਿੱਚ, ਠੀਕ ਹੈ। ਗੀਤਾਂਜਲੀ ਬੁੱਕ ਕਰਕੇ ਇਹਨਾਂ ਨੂੰ ਕੀ ਮਿਲਿਆ ਸੀ? ਫਸਟ ਇੰਡੀਅਨ ਟੂ ਗੈਟ ਨੋਬਲ ਪ੍ਰਾਈਜ਼ ਇਨ ਲਿਟਰੇਚਰ। ਸਾਹਿਤਯ ਦੀ ਫੀਲਡ ਦੇ ਵਿੱਚ ਨੋਬਲ ਪ੍ਰਾਈਜ਼ ਜਿੱਤਣ ਵਾਲੇ ਪਹਿਲੇ ਭਾਰਤੀ ਅਤੇ ਪਹਿਲੇ ਏਸ਼ੀਅਨ ਵੀ ਕੌਣ ਸੀ? ਰਵਿੰਦਰਨਾਥ ਟੈਗੋਰ। ਅਤੇ ਰਵਿੰਦਰਨਾਥ ਟੈਗੋਰ ਜੀ ਨੂੰ ਨਿਕਨੇਮ ਜਾਂ ਉਪਾਧੀ ਦਿੱਤੀ ਜਾਂਦੀ ਹੈ, ਇਹਨਾਂ ਨੂੰ ਕੀ ਬੋਲਿਆ ਜਾਂਦਾ ਹੈ? ਗੁਰੂਦੇਵ, ਠੀਕ ਹੈ, ਵੀ ਯਾਦ ਰੱਖਣਾ ਜੀ ਗੁਰੂਦੇਵ, ਠੀਕ ਹੈ। ਇਹ ਸਾਰੀਆਂ ਇੰਪੋਰਟੈਂਟ ਚੀਜ਼ਾਂ ਮੈਂ ਤੁਹਾਨੂੰ ਨਾਲ ਨਾਲ ਦੱਸ ਰਿਹਾ, ਇਹਨੂੰ ਜ਼ਰੂਰ ਨੋਟ ਕਰਦੇ ਰਹੋ। ਨਾਲ ਟੌਪਿਕ ਵੀ ਦੱਸ ਰਿਹਾ ਵੀ ਕਿਹੜੇ ਕਿਹੜੇ ਟੌਪਿਕ ਆਪਣੇ ਇਹਦੇ ਨਾਲ ਕਵਰ ਹੋ ਰਹੇ। ਤੀਸਰਾ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਏ ਫੇਮਸ ਜੈਨ ਪਿਲਗ੍ਰਿਮੇਜ ਸਿਟੂਏਟ ਇਨ ਰਾਜਸਥਾਨ।
मतलब फेमस दसनी है, जैनियां दी पिलग्रिमेज साइट है, धर्म नाल रिलेटेड साइट है जैनियां दे, फेमस दसनी है। वैसे तो देखो सारियां ही जैनियां नाल रिलेटेड है, चारों दी चारों ही जैनियां नाल रिलेटेड है, पर ਜਿਹੜੀ अपनी फेमस जैन पिलग्रिमेज साइट है वो काफ़ी ਜਿਹੜੀ इंपॉर्टेंट है वो है जी दिलवारा टैंपल। तो ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੋ ਜਾਊਗਾ ਦਿਲਵਾਰਾ ਟੈਂਪਲ। ਇਹ ਕਿੱਥੇ ਹੈ ਜੀ? ਵੈਸੇ ਮਾਊਂਟ ਆਬੂ ਦੇ ਨਾਲ ਹੀ ਹੈ, ਮਾਊਂਟ ਆਬੂ ਜੋ ਕਿ ਰਾਜਸਥਾਨ ਦੀ ਸਭ ਤੋਂ, ਜਾਂ ਆਪਾਂ ਕਹਾਂਗੇ ਰਾਜਸਥਾਨ ਦੀ ਇਕਲੌਤਾ ਹਿਲ ਸਟੇਸ਼ਨ ਹੈ ਮਾਊਂਟ ਆਬੂ, ਠੀਕ ਹੈ, ਰਾਜਸਥਾਨ ਦੇ ਵਿੱਚ ਹੈ ਦਿਲਵਾਰਾ ਟੈਂਪਲਸ। ਤਾਂ ਇਹ ਵੀ ਯਾਦ ਰੱਖਿਓ, ਕਾਫੀ ਇੰਪੋਰਟੈਂਟ ਟੈਂਪਲਸ ਹੈ ਜੈਨ ਧਰਮ ਨਾਲ ਰਿਲੇਟਡ। ਰਿਸ਼ਭਨਾਥ ਜੋ ਸੀਗੇ ਹੈ ਨਾ, ਉਹਨਾਂ ਨਾਲ ਜੋ ਕਿ ਇਹਨਾਂ ਦੇ ਪਹਿਲੇ ਤੀਰਥੰਕਰ ਵੀ ਸੀ, ਆਪਾਂ ਪੜ੍ਹਿਆ ਸੀ ਨਾ 24 ਤੀਰਥੰਕਰ ਸੀ, ਪਹਿਲੇ ਕੌਣ ਸੀ? ਰਿਸ਼ਭਨਾਥ। ਉਹਨਾਂ ਨਾਲ ਸੰਬੰਧਿਤ ਇਹ ਮੰਦਿਰ ਹੈ, ਕਾਫੀ ਇੰਪੋਰਟੈਂਟ ਹੈ ਦਿਲਵਾਰਾ ਟੈਂਪਲਸ ਰਾਜਸਥਾਨ। ਬਾਕੀ ਆਪਸ਼ਨਸ ਨੂੰ ਡਿਸਕਸ ਕਰ ਲੈਂਦੇ ਹਾਂ, ਟੌਪਿਕ ਆਪਣਾ ਇੱਥੇ ਕਵਰ ਹੋ ਰਿਹਾ ਟੈਂਪਲਸ, ਠੀਕ ਹੈ। ਤਾਂ ਆਪਾਂ ਨੂੰ ਜ਼ਰੂਰ ਇੱਕ ਕੁਐਸਚਨ ਪੁੱਛਿਆ ਜਾਂਦਾ ਵੀ ਕਿਸੇ ਵੀ ਟੈਂਪਲ ਦਾ ਨਾਮ ਦੇ ਕੇ ਪੁੱਛ ਲੈਂਦੇ ਵੀ ਟੈਂਪਲ ਕਿੱਥੇ ਹੈ। ਤਾਂ ਗੋਮਾਤੇਸ਼ਵਰ ਜਿਹੜਾ ਟੈਂਪਲ ਹੈ ਇਹ ਹੈ ਜੀ ਕਰਨਾਟਕਾ ਦੇ ਵਿੱਚ, ਠੀਕ ਹੈ। ਗੋਮਾਤੇਸ਼ਵਰ ਟੈਂਪਲ ਕਿੱਥੇ ਹੈ? ਕਰਨਾਟਕਾ, ਵੈਰੀ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਹੈ ਜੀ ਸੋਨਗਿਰੀ ਟੈਂਪਲ, ਇਹ ਹੈ ਜੀ ਮੱਧ ਪ੍ਰਦੇਸ਼, मध्य प्रदेश। एंड अगली ऑप्शन है पलिटाना टैंपल, पलिटाना टैंपल है जी गुजरात के विच, ठीक है। काफ़ी इंपॉर्टेंट टैंपल्स है, ये आप याद रखने, ठीक है। अपन ये क्वेश्चन आ जाऊगा भी टैंपल आप दसने होंगे भी केड़ा टैंपल कित्थे सिचुएटेड है। तो ये वैसे इंपॉर्टेंट सी, दिलवारा टैंपल कित्थे है? राजस्थान। तो जैन रिलेटेड इंपॉर्टेंट पिलग्रिमेज साइट है, ठीक है। ਉਸ ਤੋਂ ਬਾਅਦ ਹੈ ਜੀ ਬੁੱਧ ਮੀਨਸ, ਕਹਿੰਦੇ ਬੁੱਧ ਦਾ ਮਤਲਬ ਕੀ ਹੁੰਦਾ? ਦੇਖੋ ਬੁੱਧ ਮਤਲਬ, ਹੁਣ ਆਪਾਂ ਕਹਿੰਦੇ ਜੀ ਗੌਤਮ ਬੁੱਧ, ਤਾਂ ਗੌਤਮ ਬੁੱਧ ਤਾਂ ਇਹਨਾਂ ਨੂੰ ਉਪਾਧੀ ਦਿੱਤੀ ਗਈ ਹੈ, ਵੈਸੇ ਇਹਨਾਂ ਦਾ ਬਚਪਨ ਦਾ ਨਾਮ ਸੀ ਸਿਧਾਰਥ, ਠੀਕ ਹੈ। ਤਾਂ ਤਥਾਗਤ ਵੀ ਕਹਿੰਦੇ ਸੀ, ਸਕਿਆ ਮੁਨੀ ਵੀ ਕਹਿੰਦੇ ਸੀ, ਹੈ ਨਾ। ਤਾਂ ਬੁੱਧ ਦਾ ਵੈਸੇ ਮਤਲਬ ਹੁੰਦਾ ਹੈ ਦਾ ਇਨਲਾਈਟਨਡ ਵਨ। ਵੈਰੀ 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 ਇੰਪੋਰਟੈਂਟ ਕੁਐਸਚਨ, ਬਹੁਤ ਵਾਰ ਐਗਜ਼ਾਮ 'ਚ ਆਇਆ। ਦਾ ਇਨਲਾਈਟਨਡ ਵਨ ਮਤਲਬ ਜਿਹਨੂੰ ਗਿਆਨ ਪ੍ਰਾਪਤੀ ਹੋ ਜਾਂਦੀ ਹੈ, ਜਿਹਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਵੈਸੇ ਤਾਂ ਦੇਖੋ ਰਾਜੇ ਮਹਾਰਾਜੇ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਸੀ, ਪਰ ਫਿਰ ਵੀ ਇਹਨਾਂ ਨੇ ਆਪਣਾ ਸਾਰਾ ਘਰ-ਬਾਰ ਛੱਡ ਕੇ ਇਹਨਾਂ ਨੇ ਸੰਨਿਆਸ ਲੈ ਲਿਆ ਸੀ। ਕਿਉਂ ਲਿਆ ਸੀ? ਸੱਚ ਦੀ ਖੋਜ ਕਰਨ ਲਈ। 4 ਸੱਚ ਇਹਨਾਂ ਨੇ ਦੱਸੇ ਸੀਗੇ, ਹੈ ਨਾ। ਉਹ ਤੁਸੀਂ ਆਪਾਂ ਫਿਰ ਡਿਸਕਸ ਕਰਾਂਗੇ ਵੀ 4 ਸੱਚ ਕਿਹੜੇ ਸੀਗੇ। ਆਪਣਾ ਜਿਹੜਾ ਜੀਕੇ ਦਾ ਆਪਾਂ ਕੋਰਸ ਮੈਂ ਜਲਦੀ ਹੀ ਲਾਂਚ ਕਰ ਰਿਹਾ, ਹੈ ਨਾ, ਉਹਦੇ ਵਿੱਚ ਆਪਾਂ ਸਾਰਾ ਡਿਸਕਸ ਕਰਾਂਗੇ ਵੀ ਆਪਣਾ ਜੀਕੇ ਪਾਰਟ, ਹੈ ਨਾ। ਤਾਂ ਬੁੱਧ ਮਤਲਬ ਹੈ ਜੀ ਦਾ ਇਨਲਾਈਟਨਡ ਵਨ, ਠੀਕ ਹੈ। ਤਾਂ ਬੁੱਧ ਧਰਮ ਕੌਣ? ਬੁੱਧ ਧਰਮ ਦੇ ਆਪਾਂ ਫਾਊਂਡਰ ਵੀ ਯਾਦ ਰੱਖ ਸਕਦੇ ਹਾਂ। ਬੁੱਧ ਧਰਮ ਦੇ ਫਾਊਂਡਰ ਕੌਣ ਹੈ ਜੀ? ਗੌਤਮ ਬੁੱਧ, ਠੀਕ ਹੈ, ਗੌਤਮ ਬੁੱਧ याद रखने इज द फाउंडर ऑफ बुद्धिज्म। अपन क्वेश्चन बनूगा, बुद्ध का मतलब है इनलाइटेंड वन, काफ़ी इंपॉर्टेंट क्वेश्चन है। चलते जी अपने 5th क्वेश्चन पे। 5th क्वेश्चन है जी माई लाइफ इज़ एन ऑटोबायोग्राफी ऑफ। तो ऑटोबायोग्राफी से बुक्स तो क्वेश्चन है, माई लाइफ एक बुक का नाम है, एक किन्ना दी आत्मकथा है? ये आत्मकथा है जी बिल क्लिंटन दी। तो सी ऑप्शन इसका करैक्ट आंसर है बिल क्लिंटन। कौन है जी बिल क्लिंटन? ये सीगे जी 42वें प्रेजिडेंट, 42nd प्रेजिडेंट ऑफ USA, यूनाइटेड स्टेट्स ऑफ अमेरिका के 42nd प्रेजिडेंट से बिल क्लिंटन। तो इन्हों की ऑटोबायोग्राफी का नाम की है माई लाइफ, ठीक है जी। चलो उस तो बाद आप बाकी देखते हैं ऑप्शनस। दैन है APJ अब्दुल कलाम, इन्हों की वेरी वेरी इंपॉर्टेंट ऑटोबायोग्राफी, इसका नाम है जी विंग्स ऑफ फायर, विंग्स ऑफ फायर ऑटोबायोग्राफी, वेरी इंपॉर्टेंट। इस तो इलावा इन्हों की आप एक होर बुक याद रखनी है, ये बुक काफ़ी एग्जाम च पूछी जाती है। बुक का नाम है जी इगनाइटेड माइंड्स। इगनाइटेड माइंड बुक्स को किन्ने लिखा सी? डॉक्टर APJ अब्दुल कलाम, वेरी इंपॉर्टेंट बुक। तो डॉक्टर APJ अब्दुल कलाम है कौन सन? ही वॉज द फर्स्ट साइंटिस्ट प्रेजिडेंट ऑफ इंडिया। फर्स्ट साइंटिस्ट प्रेजिडेंट ऑफ इंडिया कौन है जी? डॉक्टर APJ अब्दुल कलाम। तो जे क्वेश्चन आपां नूं पुछ लैन हू वाज द फर्स्ट प्रेजिडेंट ऑफ इंडिया, इंडिया के पहले प्रेजिडेंट कौन सन? तो इन्हां दा आंसर है जी डॉक्टर राजेंद्र प्रसाद। तो डॉक्टर राजेंद्र प्रसाद की आप एक बहुत ही ज़्यादा इंपॉर्टेंट बुक याद की सी, इसका नाम है जी इंडिया डिवाइडेड, वेरी इंपॉर्टेंट, इंडिया डिवाइडेड। याद किवें कीता सी? प्रसाद, प्रसाद हुंदा जिहड़ा खाण वाला, है ना, प्रसाद नूं की कीता आपां पूरे इंडिया दे विच डिवाइड करता। इदां याद रखो, प्रसाद नूं आपां वंड दिंदे ना, तो इदां याद रख लिओ इंडिया डिवाइडेड, वेरी इंपॉर्टेंट बुक, ठीक है। बहुत ही ज़्यादा इंपॉर्टेंट पॉइंट्स मैं तुहानूं इत्थे दस रहा, जरूर इन्हां नूं नाल नाल नोट करदे रहो, ठीक है जी। चलते जी अपने अगले क्वेश्चन पे। वेयर इज़ द हैडकुआटर्स ऑफ इंटरनेशनल कोर्ट ऑफ जस्टिस? इंटरनेशनल कोर्ट ऑफ जस्टिस ICJ, वेरी इंपॉर्टेंट एजेंसी ऑफ UNO। तो UNO की काफ़ी इंपॉर्टेंट एजेंसी है, ऑर्गन है इंटरनेशनल कोर्ट ऑफ जस्टिस। ये हैडकुआटर्स है जी पीस पैलेस इन हेग,
ਆਪਾਂ ਯਾਦ ਕੀਤੇ ਸੀ ਹੇਗ। ਹੇਗ ਜਿਹੜਾ ਸ਼ਹਿਰ ਹੈ ਕਿੱਥੇ ਹੈ, ਇਹ ਹੈ ਜੀ ਨੀਦਰਲੈਂਡ ਦੇ ਵਿੱਚ, ਨੀਦਰਲੈਂਡਸ। ਠੀਕ ਹੈ, ਆਪਾਂ ਕਿਵੇਂ ਯਾਦ ਕੀਤਾ ਸੀ ਵੀ ਜਸਟਿਸ ਹੈ, ਕਿਸੇ ਨੂੰ ਜਸਟਿਸ ਮਿਲਿਆ, ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਮਤਲਬ ਕੀ ਹੁੰਦਾ, ਹੈਂਗ ਕਰਨਾ, ਤਾਂ ਹੈਂਗ ਤੋਂ ਆਪਾਂ ਯਾਦ ਕੀਤਾ ਸੀ ਹੇਗ। ਹੇਗ ਸ਼ਹਿਰ ਦਾ ਨਾਮ ਹੈ ਕਿੱਥੇ, ਨੀਦਰਲੈਂਡ। ਅਤੇ ਜੇ ਆਪਾਂ ਨੂੰ ਨੀਦਰਲੈਂਡ ਦੀ ਕੈਪੀਟਲ ਪੁੱਛ ਲੈਣ, ਨੀਦਰਲੈਂਡ ਦੀ ਕੈਪੀਟਲ ਹੈ ਜੀ ਐਮਸਟਰਡੈਮ। ਠੀਕ ਹੈ, ਕਿਸੇ ਵੀ ਕੰਟਰੀ ਸਟੇਟ ਦਾ ਆਪਾਂ ਨਾਮ ਲੈਂਦੇ ਹਾਂ ਜ਼ਰੂਰ ਉਹਦੀ ਕੈਪੀਟਲ ਬੋਲਦੇ ਹਾਂ। ਨੀਦਰਲੈਂਡ ਦੀ ਕੈਪੀਟਲ ਹੈ ਐਮਸਟਰਡੈਮ। ਠੀਕ ਹੈ, ਬਾਕੀ ਆਪਸ਼ਨਸ ਨੂੰ ਦੇਖਦੇ ਹਾਂ। ਜਨੇਵਾ ਸਵਿਟਜ਼ਰਲੈਂਡ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਕਿਹਦੇ ਹੈੱਡਕੁਆਟਰ ਹੈ, ਫਸਟ ਆਪਾਂ ਯਾਦ ਰੱਖਦੇ ਹਾਂ WHO, ਵਰਲਡ ਹੈਲਥ ਆਰਗੇਨਾਈਜੇਸ਼ਨ, ਦੈਨ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਦੈਨ ILO, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਤਿੰਨੋਂ ਕਾਫੀ ਫੇਮਸ ਹੈ। ਤਿੰਨਾਂ ਦੇ ਹੈੱਡਕੁਆਟਰ ਕਿੱਥੇ ਹੈ, ਜਨੇਵਾ ਸਵਿਟਜ਼ਰਲੈਂਡ। ਨਿਊਯਾਰਕ ਦੇ ਵਿੱਚ ਕਿਹਦੇ ਹੈੱਡਕੁਆਟਰ ਹੈ, UNO ਦੇ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਵੈਰੀ ਇੰਪੋਰਟੈਂਟ। ਇਹਦੇ ਹੈੱਡਕੁਆਟਰਸ ਹੈ ਜੀ ਨਿਊਯਾਰਕ USA ਦੇ ਵਿੱਚ। ਅਤੇ ਵਾਸ਼ਿੰਗਟਨ USA ਦੇ ਵਿੱਚ ਹੈੱਡਕੁਆਟਰ ਹੈ, ਆਪਾਂ ਦੋ ਯਾਦ ਕੀਤੇ ਸੀ, ਇੱਕ ਹੈ ਵਰਲਡ ਬੈਂਕ ਅਤੇ ਸੈਕਿੰਡ ਹੈ ਜੀ IMF, ਇੰਟਰਨੈਸ਼ਨਲ ਮੋਨੀਟਰੀ ਫੰਡਸ। ਤਾਂ ਦੋਨੋਂ ਪੈਸੇ ਨਾਲ ਰਿਲੇਟਡ ਹੈ। ਪੈਸੇ ਨਾਲ ਰਿਲੇਟਡ ਆਪਾਂ ਯਾਦ ਕੀਤੇ ਸੀ ਵਾਸ਼ਿੰਗਟਨ, ਸਭ ਤੋਂ ਜ਼ਿਆਦਾ ਪੈਸਾ ਹੈ, ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਵੀ ਇਸ ਤਰੀਕੇ ਨਾਲ ਮੈਂ ਤੁਹਾਨੂੰ ਯਾਦ ਕਰਾਇਆ ਸੀ ਹੈ ਨਾ, ਵੀ ਵਾਸ਼ਿੰਗਟਨ USA ਦੇ ਵਿੱਚ ਹੈੱਡਕੁਆਟਰ ਹੈ ਵਰਲਡ ਬੈਂਕ ਐਂਡ IMF। ਨੈਕਸਟ ਹੈ ਜੀ ਵੈਨ ਵਾਜ਼ ਦਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਸਟੈਬਲਿਸ਼, ASI ਵੈਸੇ ਹੈ ਨਾ ਪੁਲਿਸ ਦੀ ਪੋਸਟ ਹੈ, ਪਰ ASI ਦਾ ਇੱਥੇ ਮਤਲਬ ਹੈ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਹੈ ਨਾ। ਇੰਡੀਆ ਜਿਹੜੇ ਆਰਕੀਓਲੋਜੀਕਲ ਮਤਲਬ ਚੀਜ਼ਾਂ ਨੇ, ਪੁਰਾਤਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਗਵਰਨਮੈਂਟ ਆਫ ਇੰਡੀਆ ਦੀ ਏਜੰਸੀ ਹੈ ਆਰਕੀਓਲੋਜੀਕਲ ਸਰਵੇ ਆਫ ਇੰਡੀਆ। ਅੰਗਰੇਜ਼ਾਂ ਦੇ ਟਾਈਮ 'ਚ ਇਸਟੈਬਲਿਸ਼ ਹੋਈ ਸੀ ਜੀ, ਕਦੋਂ ਹੋਈ ਸੀ, 1861 ਦੇ ਵਿੱਚ। ਕਿੰਨੇ ਇਸਟੈਬਲਿਸ਼ ਕੀਤੇ ਸੀ, ਅੰਗਰੇਜ਼ ਦਾ ਨਾਮ ਹੈ ਜੀ ਅਲੈਗਜ਼ੈਂਡਰ ਕਨਿੰਗਹਮ, ਯਾਦ ਰੱਖਿਓ ਅਲੈਗਜ਼ੈਂਡਰ ਕਨਿੰਗਹਮ, ਜੋ ਕਿ ਕੀ ਬਣੇ ਇਹਦੇ ਫਸਟ ਡਾਇਰੈਕਟਰ ਜਨਰਲ। ਤਾਂ ਇਹਦੇ ਪਹਿਲੇ ਡਾਇਰੈਕਟਰ ਜਨਰਲ ਵੀ ਕੌਣ ਸੀ, ਅਲੈਗਜ਼ੈਂਡਰ ਕਨਿੰਗਹਮ, ਯਾਦ ਰੱਖਣੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਏਜੰਸੀ ਹੈ। ਆਪਾਂ ਨੂੰ ਇਹਦੇ ਹੈੱਡਕੁਆਟਰ ਵੀ ਪੁੱਛ ਸਕਦੇ ਆ, ਹੈੱਡਕੁਆਟਰ ਹੈ ਜੀ ਇਹਦੇ ਨਿਊ ਦਿੱਲੀ, ਨਿਊ ਦਿੱਲੀ ਦੇ ਵਿੱਚ ਇਹਦੇ ਹੈੱਡਕੁਆਟਰ ਹੈ। ਨਿਊ ਦਿੱਲੀ ਕਿਹੜੀ ਰਿਵਰ ਦੇ ਕਿਨਾਰੇ ਹੈ, ਯਮੁਨਾ ਨਦੀ ਦੇ ਕਿਨਾਰੇ ਹੈ, ਜੋ ਕਿ ਆਪਣੀ ਇੰਡੀਆ ਦੀ ਕੈਪੀਟਲ ਵੀ ਹੈ। ਚੱਲਦਾ ਜੀ ਆਪਣੇ ਨੈਕਸਟ ਪਾਰਟ ਦੇ ਵਿੱਚ। 8th ਕੁਐਸਚਨ ਹੈ, ਵੇਅਰ ਇਜ਼ ਦਾ ਹੈੱਡਕੁਆਟਰ ਆਫ ਸੈਂਟਰਲ ਰਾਈਸ ਰਿਸਰਚ ਇੰਸਟੀਟਿਊਟ, ਸੈਂਟਰਲ ਰਾਈਸ ਰਿਸਰਚ ਇੰਸਟੀਟਿਊਟ। ਟੌਪਿਕ ਆਪਣਾ ਕਵਰ ਹੋ ਰਿਹਾ ਰਿਸਰਚ ਇੰਸਟੀਟਿਊਟਸ, ਵੈਰੀ ਵੈਰੀ ਇੰਪੋਰਟੈਂਟ ਟੌਪਿਕ। ਰਿਸਰਚ ਇੰਸਟੀਟਿਊਟ ਹੋ ਗਿਆ ਹੈੱਡਕੁਆਟਰਸ, ਜੋ ਕਿ ਇਹਨਾਂ ਦੇ ਹੈੱਡਕੁਆਟਰਸ ਜੋ ਪੁੱਛੇ ਜਾਂਦੇ। ਤਾਂ ਸੈਂਟਰਲ ਰਾਈਸ ਰਿਸਰਚ ਇੰਸਟੀਟਿਊਟ ਏਸ਼ੀਆ ਦਾ ਕਾਫੀ ਵੱਡਾ ਰਾਈਸ ਦੇ ਉੱਤੇ, ਚਾਵਲਾਂ ਦੀ ਰਿਸਰਚ ਕਰਨ ਵਾਸਤੇ ਇੱਕ ਇੰਸਟੀਟਿਊਟ ਹੈ। ਕਿੱਥੇ ਹੈ ਜੀ ਇਹ ਹੈ ਜੀ ਕਟਕ ਦੇ ਵਿੱਚ। ਕਟਕ ਕਿੱਥੇ ਹੈ, ਕਟਕ ਹੈ ਜੀ ਉੜੀਸਾ ਦੇ ਵਿੱਚ। ਠੀਕ ਹੈ, ਵੈਰੀ ਇੰਪੋਰਟੈਂਟ, ਯਾਦ ਰੱਖਣਾ ਹੈ ਸੈਂਟਰਲ ਰਾਈਸ ਰਿਸਰਚ ਇੰਸਟੀਟਿਊਟ CRRI। ਕਟਕ 'ਤੇ ਆਪਾਂ ਨੂੰ ਕੁਐਸਚਨ ਇੱਕ ਹੋਰ ਆਊਗਾ, ਕਟਕ ਕਿਹੜੀ ਨਦੀ ਦੇ ਕਿਨਾਰੇ ਹੈ, ਮਹਾਨਦੀ ਦੇ ਕਿਨਾਰੇ ਹੈ। ਠੀਕ ਹੈ, ਵੈਰੀ ਇੰਪੋਰਟੈਂਟ, ਮਹਾਨਦੀ, ਜਿਹਦੀ ਕੁੱਲ ਲੰਬਾਈ ਵੀ ਆਪਾਂ ਨੂੰ ਜੋਗਰਾਫੀ 'ਚ ਪੁੱਛੀ ਜਾਂਦੀ ਹੈ। 857 ਕਿਲੋਮੀਟਰ ਦੀ ਕੁੱਲ ਲੰਬਾਈ ਹੈ, ਉੜੀਸਾ ਦੇ ਵਿੱਚੋਂ ਵੀ ਫਲੋ ਕਰਦੀ ਹੈ ਮਹਾਨਦੀ। ਠੀਕ ਹੈ, ਜਿਹਦੇ ਉੱਤੇ ਇੰਡੀਆ ਦਾ ਸਭ ਤੋਂ ਲੌਂਗੈਸਟ ਡੈਮ ਵੀ ਬਣਿਆ। ਲੌਂਗੈਸਟ ਡੈਮ ਕਿਹੜਾ ਹੈ ਇਹਦੇ ਉੱਤੇ, ਹੀਰਾਕੁਡ ਡੈਮ। ਹੀਰਾਕੁਡ ਡੈਮ ਕੀ ਜੀ, ਇੰਡੀਆ ਦਾ ਸਭ ਤੋਂ ਲੌਂਗੈਸਟ ਡੈਮ, ਕਿਹੜੀ ਨਦੀ ਉੱਤੇ ਬਣਿਆ, ਮਹਾਨਦੀ। ਠੀਕ ਹੈ, ਨਿਊ ਦਿੱਲੀ ਆਪਾਂ ਬਾਰੇ ਡਿਸਕਸ ਕੀਤਾ, ਇੰਡੀਆ ਦੀ ਕੈਪੀਟਲ ਹੈ। ਨਿਊ ਦਿੱਲੀ ਨੂੰ ਕੀ ਬੋਲਿਆ ਜਾਂਦਾ ਹੈ, ਸਿਟੀ ਆਫ ਰੈਲੀਜ਼, ਸਿਟੀ ਆਫ ਰੈਲੀਜ਼ ਬੋਲਿਆ ਜਾਂਦਾ ਹੈ। ਸ਼ਿਮਲਾ ਕਿਹਦੀ ਕੈਪੀਟਲ ਹੈ ਜੀ, ਹਿਮਾਚਲ ਪ੍ਰਦੇਸ਼। ਨਾਮ ਜਿਹਾ ਸੁਣ ਕੇ ਠੰਡ ਲੱਗਣ ਲੱਗ ਜਾਂਦੀ ਹੈ ਨਾ, ਸ਼ਿਮਲਾ। ਉਸ ਤੋਂ ਬਾਅਦ ਕਾਨਪੁਰ, ਕਾਨਪੁਰ ਨੂੰ ਬੋਲਦੇ ਜੀ ਮੈਨਚੈਸਟਰ ਆਫ ਨਾਰਥ ਇੰਡੀਆ, ਵੈਰੀ ਇੰਪੋਰਟੈਂਟ, ਮੈਨਚੈਸਟਰ ਆਫ ਨਾਰਥ ਇੰਡੀਆ ਬੋਲਦੇ ਕਾਨਪੁਰ ਨੂੰ। ਦੂਸਰਾ ਇਹਨੂੰ ਬੋਲਦੇ ਜੀ ਲੈਦਰ ਸਿਟੀ, ਵੈਰੀ ਵੈਰੀ ਇੰਪੋਰਟੈਂਟ, ਇਹ ਕੁਐਸਚਨ ਜ਼ਰੂਰ ਐਗਜ਼ਾਮ 'ਚ ਆਉਂਦਾ ਜੀ। ਲੈਦਰ ਸਿਟੀ ਕਿਹਨੂੰ ਬੋਲਦੇ, ਕਾਨਪੁਰ ਨੂੰ। ਕਿੱਥੇ ਜੀ ਕਾਨਪੁਰ, ਉੱਤਰ ਪ੍ਰਦੇਸ਼ ਦੇ ਵਿੱਚ। ਚਲੋ ਅਗਲਾ ਕੁਐਸਚਨ ਰਾਈਸ ਤੋਂ ਯਾਦ ਆਇਆ ਹੈ ਨਾ, ਰਾਈਸ ਕਾਫੀ ਟੇਸਟੀ ਹੁੰਦਾ ਰਾਈਸ। ਅਤੇ ਰਾਈਸ ਨੂੰ, ਹਾਂ ਕੁਐਸਚਨ ਕੀ ਆਊਗਾ ਜੀ, ਰਾਈਸ ਬਾਊਲ ਆਫ ਇੰਡੀਆ, ਰਾਈਸ ਬਾਊਲ ਆਫ ਇੰਡੀਆ ਕਿਹੜੀ ਸਟੇਟ, ਕਿਹੜੇ ਰਾਜ ਨੂੰ ਬੋਲਿਆ ਜਾਂਦਾ ਹੈ, ਇਹ ਬੋਲਿਆ ਜਾਂਦਾ ਜੀ ਆਂਧਰ ਪ੍ਰਦੇਸ਼। ਆਂਧਰ ਪ੍ਰਦੇਸ਼ ਇਜ਼ ਨੋਨ ਐਜ਼ ਰਾਈਸ ਬਾਊਲ ਆਫ ਇੰਡੀਆ। ਚੱਲਦੇ ਜੀ 9th ਕੁਐਸਚਨ ਤੇ, ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਮੇਲ ਪਾਰਟ ਆਫ ਫਲਾਵਰ। ਸਾਇੰਸ ਦਾ ਇੰਪੋਰਟੈਂਟ ਕੁਐਸਚਨ ਹੈ। ਫਲਾਵਰਸ ਹੈ, ਦੇਖੋ ਫਲਾਵਰਸ ਵੀ ਰੀਪਰੋਡਿਊਸ ਕਰਦੇ ਹੈ ਨਾ, ਅਤੇ ਫਲਾਵਰਸ ਦੀ ਰੀਪਰੋਡਕਸ਼ਨ ਦੇ ਵਿੱਚ ਜਿਹੜਾ ਮੇਨ ਕੰਮ ਹੁੰਦਾ ਜੀ ਆਪਣੇ ਜਿਹੜੇ ਆਪਾਂ ਕਹਾਂਗੇ ਹਨੀ ਬੀਜ਼ ਹੋ ਗਏ, ਠੀਕ ਹੈ, ਮਤਲਬ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਆਪਣੀ ਈਕੋਸਿਸਟਮ ਲਈ ਹੈ ਨਾ। ਤਾਂ ਫਲਾਵਰ ਜਿਹੜੇ ਮੇਲ ਪਾਰਟ ਹੁੰਦਾ ਉਹਦਾ ਨਾਮ ਹੈ ਜੀ ਸਟੈਮਨ। ਸੈਕਿੰਡ ਆਪਸ਼ਨ ਦਾ ਕਰੈਕਟ ਆਂਸਰ ਹੈ ਜੀ ਸਟੈਮਨ ਇਜ਼ ਦਾ ਮੇਲ ਰੀਪਰੋਡਕਟਿਵ ਪਾਰਟ ਆਫ ਫਲਾਵਰ, ਐਂਡ ਪਿਸਟਲ ਇਜ਼ ਦਾ ਫੀਮੇਲ reproductive part of
ਫਲਾਵਰ। ਤਾਂ ਫੀਮੇਲ 'ਤੇ ਆ ਜੇ ਤਾਂ ਪਿਸਟਲ ਕਹਿਣਾ ਹੈ, ਜੇ ਮੇਲ ਆ ਜੇ ਤਾਂ ਕੀ ਆਂਸਰ ਹੋ ਜਾਊਗਾ ਸਟੈਮਨ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਫਲਾਵਰਸ 'ਤੇ ਆਪਾਂ ਨੂੰ ਕੁਐਸਚਨ ਇੱਕ ਹੋਰ ਆਉਂਦਾ ਜੀ, ਸਟੱਡੀ ਆਫ ਫਲਾਵਰਸ। ਸਟੱਡੀ ਆਫ ਫਲਾਵਰਸ ਇਜ਼ ਨੋਨ ਐਜ਼, ਠੀਕ ਹੈ, ਫਲਾਵਰ ਦੀ ਸਟੱਡੀ ਨੂੰ ਕੀ ਬੋਲਿਆ ਜਾਂਦਾ ਹੈ? ਇਹਦਾ ਆਂਸਰ ਹੈ ਜੀ ਐਂਥੋਲੋਜੀ ਇਜ਼ ਦ ਸਟੱਡੀ ਆਫ ਫਲਾਵਰਸ। ਵੈਰੀ ਵੈਰੀ ਇੰਪੋਰਟੈਂਟ। ਚਲਦੇ ਆਪਣੀ ਸੀਰੀਜ਼ ਦੇ ਲਾਸਟ ਕੁਐਸਚਨ ਤੇ, ਦੇਰ ਇਜ਼ ਨੋ ਵੈਕਸੀਨ ਫॉर ਵਿਚ ਆਫ ਦ ਫੋਲੋਇੰਗ ਹੈਪੇਟਾਈਟਿਸ ਵਾਇਰਸ। ਕਿਹੜੇ ਹੈਪੇਟਾਈਟਿਸ ਵਾਇਰਸ ਲਈ ਕੋਈ ਵੀ ਵੈਕਸੀਨ ਨਹੀਂ ਹੈ? ਤਾਂ ਇਹਦਾ ਆਪਣਾ ਆਂਸਰ ਹੋ ਜਾਊਗਾ ਜੀ ਫੋਰਥ ਆਪਸ਼ਨ ਕਰੈਕਟ ਆਂਸਰ ਹੈ ਹੈਪੇਟਾਈਟਿਸ ਸੀ। ਵੈਸੇ ਹੈਪੇਟਾਈਟਿਸ ਏ ਤੇ ਬੀ ਦਾ ਤਾਂ ਵੈਕਸੀਨ ਹੈ, ਲੇਕਿਨ ਪ੍ਰੋਪਰ ਹੈਪੇਟਾਈਟਿਸ ਸੀ ਦਾ ਵੈਕਸੀਨ ਨਹੀਂ ਹੈ। ਤਾਂ ਇਹ ਸੀ ਅੱਜ ਦੇ ਆਪਣੇ ਇੰਪੋਰਟੈਂਟ ਕੁਐਸਚਨਸ। ਤਾਂ ਇਹ ਕੁਐਸਚਨਸ ਨੂੰ ਤੁਸੀਂ ਯਾਦ ਕਰ ਲੈਣਾ, ਜੋ ਚੀਜ਼ਾਂ ਮੈਂ ਤੁਹਾਨੂੰ ਨਾਲ ਨਾਲ ਦੱਸੀਆਂ ਉਹਨੂੰ ਰਿਵਾਈਜ਼ ਕਰਦੇ ਰਹੋ, ਲਿਖਦੇ ਰਹੋ, ਹੈ ਨਾ। ਤਾਂ CBC ਐਗਜ਼ਾਮ ਗੁਰੂ ਜੋ ਆਪਣੀ ਐਪ ਹੈ, ਇਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਹਦੇ ਉੱਤੇ ਤੁਸੀਂ ਡੇਲੀ ਕੁਇਜ਼ਿਸ ਲਗਾ ਸਕਦੇ ਹੋ, ਅਤੇ ਇਸ ਐਪ ਦੇ ਉੱਤੇ ਤੁਸੀਂ ਆਪਣਾ ਜੋ ਰੀਸੈਂਟ ਐਗਜ਼ਾਮਸ, ਜਿਵੇਂ ਕਿ ਹੁਣ JEE ਸਿਵਲ ਦਾ ਐਗਜ਼ਾਮ ਹੈ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਵਿੱਚ, ਉਹ ਕੋਰਸ ਨੂੰ ਬਾਏ ਕਰ ਸਕਦੇ ਹੋ। ਇਹ ਕੋਰਸ ਵੀ ਕੰਪਲੀਟਲੀ ਮੈਂ ਪ੍ਰਿਪੇਅਰ ਕੀਤਾ ਹੈ ਨਾ। ਮੇਰਾ ਨਾਮ ਹੈ ਮੋਹਿਤ ਢੀਂਗਰਾ। ਦੂਸਰਾ, ਤੁਸੀਂ ਪੰਜਾਬ ਦਾ ਜਿਹੜਾ PCS ਦਾ ਆਪਾਂ ਕ੍ਰੈਸ਼ ਕੋਰਸ ਸ਼ੁਰੂ ਕੀਤਾ, ਇਹ ਕੋਰਸ ਵੀ ਕੰਪਲੀਟਲੀ ਮੈਂ ਬਣਾਇਆ ਹੈ ਨਾ। ਤਾਂ ਕ੍ਰੈਸ਼ ਕੋਰਸ ਨੂੰ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਉਹਦੇ ਵਿੱਚ ਆਪਾਂ ਇਨਵਾਇਰਮੈਂਟ ਡਿਸਕਸ ਕਰ ਰਹੇ ਹਾਂ। ਤਾਂ ਅੱਜ ਲਈ ਇੰਨਾ ਜੀ। ਟਿਲ ਦੈਨ ਥੈਂਕ ਯੂ। ਮਿਲਦੇ ਹਾਂ ਜੀ ਆਪਣੇ ਨੈਕਸਟ ਪਾਰਟ ਦੇ ਵਿੱਚ। ਬੈਸਟ ਆਫ ਲੱਕ।